ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੋਨੂ ਰਾਮ KV ਕਲਾਸਿਸ ਸਰਦੂਲਗੜ੍ਹ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਤੇ ਆਪਾਂ ਜਿਹੜਾ ਸ਼ੁਰੂਆਤ ਕੀਤੀ ਸੀਗੀ ਜੀ ਪ੍ਰੀ ਪ੍ਰਾਇਮਰੀ ਟੀਚਰ PS ਟੈਟ C ਟੈਟ ਤੇ H ਟੈਟ ਦੇ ਜਿਹੜਾ ਸੈਸ਼ਨ ਸੀਗਾ ਉਹਦਾ ਸ਼ੁਰੂਆਤ ਕੀਤੀ ਸੀਗੀ। ਤੇ ਉਹਦੇ ਵਿੱਚ ਆਪਾਂ ਜਿਹੜਾ ਪਹਿਲਾ ਚੈਪਟਰ ਲੈ ਕੇ ਆਏ ਸੀਗੇ ਗਰੋਥ ਐਂਡ ਡਿਵੈਲਪਮੈਂਟ ਦਾ, ਤੇ ਗਰੋਥ ਐਂਡ ਡਿਵੈਲਪਮੈਂਟ ਦਾ ਵਾਧਾ ਤੇ ਵਿਕਾਸ, ਉਹਦਾ ਅੱਜ ਦੂਜਾ ਪਾਰਟ ਆਪਾਂ ਲੈ ਕੇ ਹਾਜ਼ਰ ਹੋਏ ਹਾਂ। ਤੇ ਸਭ ਤੋਂ ਪਹਿਲਾਂ ਤਾਂ ਜੇ ਆਪਣਾ ਚੈਨਲ ਸਬਸਕ੍ਰਾਈਬ ਤੁਸੀਂ ਜੇ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਜੋ ਨੈਕਸਟ ਵੀਡੀਓਜ਼ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਜ਼ਰੂਰ ਮਿਲ ਜੇ, ਠੀਕ ਹੈ ਜੀ। ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਕਰਨਾ ਹੈ। ਤਾਂ ਅੱਜ ਦਾ ਜਿਹੜਾ ਸੈਸ਼ਨ ਹੈ ਦੋਸਤੋ, ਕੱਲ੍ਹ ਤੋਂ ਅੱਗੇ ਆਪਾਂ ਲੈ ਕੇ ਆਵਾਂਗੇ, ਕੱਲ੍ਹ ਤੋਂ ਅੱਗੇ ਚੱਲਦੇ ਹਾਂ। ਕੱਲ੍ਹ ਆਪਾਂ ਕੀ ਕੁਝ ਪੜ੍ਹਿਆ ਸੀਗਾ, ਆਪਾਂ ਸਟੇਜਸ ਦੇ ਬਾਰੇ ਪੜ੍ਹਿਆ ਸੀਗਾ, ਠੀਕ ਹੈ ਜੀ। ਆਪਾਂ ਸਟੇਜਸ ਦੀ ਗੱਲ ਕੀਤੀ ਸੀ ਤੇ ਤੁਹਾਨੂੰ ਦੱਸਿਆ ਸੀ ਵੀ ਟੋਟਲ ਆਪਣੇ ਕੋਲ ਕਿੰਨੀਆਂ ਸਟੇਜਸ ਨੇ, ਡਿਵੈਲਪਮੈਂਟ ਦੀਆਂ 6 ਸਟੇਜਸ ਨੇ। 6 ਦੇ ਵਿੱਚੋਂ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਨੇ ਉਹ 4 ਸਟੇਜਸ ਸੀਗੀਆਂ, ਉਹ ਚਾਰੇ ਦੇ ਚਾਰੇ ਆਪਾਂ ਗੱਲ ਕਰ ਚੁੱਕੇ ਹਾਂ। ਉਹਦੇ ਵਿੱਚ ਆਪਾਂ ਪਹਿਲੀ ਸਟੇਜ ਕਿਹੜੀ ਪੜ੍ਹੀ ਸੀਗੀ ਜੀ, ਪ੍ਰੀ ਨੈਟਲ ਸਟੇਜ। ਸੈਕਿੰਡ ਕਿਹੜੀ ਪੜ੍ਹੀ ਸੀਗੀ ਜੀ, ਸੈਂਸਰੀ ਮੋਟਰ ਸਟੇਜ। ਤੇ ਥਰਡ ਪੜ੍ਹੀ ਸੀਗੀ ਜੀ ਆਪਾਂ ਚਾਈਲਡਹੁੱਡ ਸਟੇਜ। ਕਿਹੜੀ ਪੜ੍ਹੀ ਸੀਗੀ ਜੀ, ਚਾਈਲਡਹੁੱਡ ਸਟੇਜ, ਠੀਕ ਹੈ ਜੀ। ਤੇ ਫੋਰਥ ਆਪਾਂ ਕਿਹੜੀ ਪੜ੍ਹੀ ਸੀਗੀ ਜੀ, ਅਡੋਲੋਸੈਂਸ। ਕਿਹੜੀ ਪੜ੍ਹੀ ਸੀਗੀ ਜੀ, ਅਡੋਲੋਸੈਂਸ। ਤੇ ਅਡੋਲੋਸੈਂਸ ਦੇ ਵਿੱਚ ਆਪਾਂ ਇਸਦੀਆਂ ਕਰੈਕਟਰਿਸਟਿਕਸ ਦੀ ਵੀ ਗੱਲ ਕਰ ਲਈ ਚੁੱਕੀ ਸੀ, ਵਿਸ਼ੇਸ਼ਤਾਵਾਂ ਦੀ ਆਪਾਂ ਵੀ ਗੱਲ ਕਰ ਲਈ ਸੀਗੀ, ਠੀਕ ਹੈ ਜੀ। ਉਸ ਤੋਂ ਅੱਗੇ ਅੱਜ ਆਪਾਂ ਚੱਲਦੇ ਹਾਂ। ਉਸ ਤੋਂ ਅੱਗੇ ਜਿਹੜੀ ਆਪਣੇ ਕੋਲ ਫਿਫਥ ਜਿਹੜੀ ਦੇਖੋ ਜਿਹੜਾ ਕੁਐਸਚਨ ਆਏਗਾ ਤੁਹਾਨੂੰ ਅਜੇ ਤੱਕ ਜਿਹੜੇ ਕੁਐਸਚਨ ਆਏ ਹੋਏ ਨੇ, ਮੋਸਟਲੀ ਜਿਹੜੇ ਕੁਐਸਚਨ ਆਉਂਦੇ ਨੇ ਉਹ ਆਉਂਦੇ ਨੇ ਜੀ ਇਹਨਾਂ 4 ਸਟੇਜਸ ਦੇ ਵਿੱਚੋਂ। ਬਟ ਫਿਰ ਵੀ ਤੁਹਾਡੇ ਸਿਲੇਬਸ ਦੇ ਵਿੱਚ ਦੇ ਰੱਖਿਆ ਹੈ ਤਾਂ ਜਿਹੜੀਆਂ ਇਹਦੇ 2 ਸਟੇਜਸ ਨੇ ਸਿਰਫ ਤੇ ਆਪਾਂ ਡਿਸਕਸ ਕਰ ਲੈਂਦੇ ਹਾਂ। ਇਹਨਾਂ ਨੂੰ ਸਿਰਫ ਰੀਡ ਕਰਨਾ ਹੈ, ਇੱਥੋਂ ਕੁਐਸਚਨ ਨਹੀਂ ਬਣਦਾ। ਖਾਸ ਕਰਕੇ ਪ੍ਰੀ ਪ੍ਰਾਇਮਰੀ ਦੇ ਵਿੱਚ ਤਾਂ ਕੁਐਸਚਨ ਬਣਦਾ ਹੀ ਨਹੀਂ, ਠੀਕ ਹੈ ਜੀ। ਤਾਂ 5ਵੀਂ ਜਿਹੜੀ ਸਟੇਜ ਦੇ ਰੱਖੀ ਹੈ ਉਹ ਕਿਹੜੀ ਦੇ ਰੱਖੀ ਹੈ ਜੀ, ਅਡਲਟਹੁੱਡ ਦੇ ਰੱਖੀ ਹੈ। ਕਿਹੜੀ ਦੇ ਰੱਖੀ ਹੈ ਦੋਸਤੋ, ਅਡਲਟਹੁੱਡ। ਤੇ ਅਡਲਟਹੁੱਡ ਦੀ ਜਿਹੜੀ ਏਜ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਜੀ, 20 ਤੋਂ ਲੈ ਕੇ 60 ਸਾਲ ਤੱਕ ਦੀ ਹੁੰਦੀ ਹੈ। ਕਿਉਂਕਿ ਜਿਹੜੇ ਪ੍ਰੀ ਪ੍ਰਾਇਮਰੀ ਦੀ ਆਪਾਂ ਗੱਲ ਕਰ ਲਈਏ ਜਾਂ ਐਨਟੀਡੀ ਦੀ ਗੱਲ ਕਰ ਲਈਏ ਤਾਂ ਕਿਉਂਕਿ ਜਿਹੜੀ ਚਾਈਲਡ ਸਾਈਕੋਲੋਜੀ ਹੈ, ਬੱਚਿਆਂ ਦਾ ਜਿਹੜਾ ਮਨੋਵਿਗਿਆਨ ਹੈ, ਉਹ ਅਪਰੋਕਸੀਮੇਟ 19 ਤੋਂ 20 ਸਾਲ ਤੱਕ ਦੀ ਬੱਚਿਆਂ ਦੀ ਆਪਾਂ ਉਹ ਪੜ੍ਹਾਈ ਪੜ੍ਹਨੀ ਹੁੰਦੀ ਹੈ। ਇਸ ਤੋਂ ਬਾਅਦ ਤਾਂ ਦੇਖੋ ਜਿਹੜੇ ਇੱਕੋ ਬੱਚਾ ਕਾਲਜ ਦੇ ਵਿੱਚ ਚਲਾ ਜਾਂਦਾ ਹੈ ਤਾਂ ਕਰਕੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਬਟ ਫਿਰ ਵੀ ਚਲੋ ਆਪਾਂ ਸਿਲੇਬਸ ਦੇ ਵਿੱਚ ਦਿੱਤਾ ਹੈ ਤਾਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। 20 ਤੋਂ 60 ਸਾਲ ਦੇ ਬੱਚੇ, ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਇਸ ਨੂੰ ਵੀ 2 ਪਾਰਟ ਦੇ ਵਿੱਚ ਵੰਡਿਆ ਹੋਇਆ ਹੈ, ਯੰਗ ਅਡਲਟਹੁੱਡ ਅਤੇ ਲੈਟਰਲ ਅਡਲਟਹੁੱਡ। ਯੰਗ ਅਡਲਟਹੁੱਡ ਅਤੇ ਲੈਟਰਲ ਅਡਲਟਹੁੱਡ, ਠੀਕ ਹੈ ਜੀ। 20 ਤੋਂ 40 ਸਾਲ ਵਾਲੇ ਬੱਚੇ ਆਪਣੇ ਆਪ ਲਈ ਸਭ ਕੁਝ ਕਰਦਾ ਹੈ। ਤਾਂ ਆਪਣੇ ਆਪ ਲਈ ਸਭ ਕੁਝ ਕਿਵੇਂ ਕਰਦਾ ਹੈ, ਮਤਲਬ ਆਪਣੇ ਆਪ 'ਤੇ ਡਿਪੈਂਡ। ਆਪਾਂ ਆਪਣੇ ਆਪ 'ਤੇ ਸੋਚ ਕੇ ਦੇਖੀਏ ਵੀ ਆਪਾਂ ਇਸ ਏਜ ਦੇ ਵਿੱਚ ਹੀ ਹੈਗੇ ਆ। ਆਪਣੀ ਜਿਹੜੀ ਏਜ ਅੱਜ 25 ਸਾਲ 24 ਸਾਲ 26 ਸਾਲ ਇਸ ਤਰ੍ਹਾਂ ਦੀ ਆਪਣੀ ਏਜ ਹੈਗੀ ਹੈ। ਤਾਂ ਆਪਾਂ ਕੀ ਸੋਚਦੇ ਹਾਂ ਵੀ ਆਪਾਂ ਨੂੰ ਚੰਗੀ ਜੋਬ ਮਿਲ ਜੇ, ਚੰਗੀ ਨੌਕਰੀ ਮਿਲ ਜੇ। ਤੇ ਨੌਕਰੀ ਜੇ ਮਿਲੇਗੀ ਤਾਂ ਉਸ ਤੋਂ ਬਾਅਦ ਆਪਾਂ ਕੀ ਸੋਚਦੇ ਹਾਂ ਵੀ ਵਿਆਹ ਹੋ ਜੇ, ਵਿਆਹ ਤੋਂ ਬਾਅਦ ਆਪਾਂ ਕੀ ਸੋਚਦੇ ਹਾਂ ਬੱਚੇ ਹੋ ਜਾਣ। ਮਤਲਬ ਆਪਾਂ 20 ਤੋਂ ਲੈ ਕੇ 40 ਸਾਲ ਤੱਕ ਦੀ ਏਜ ਦੇ ਵਿੱਚ ਬੰਦਾ ਜਿਹੜਾ ਆਪਣੇ ਆਪ ਬਾਰੇ ਸੋਚਦਾ ਹੈ ਵੀ ਮੈਨੂੰ ਜੋਬ ਮਿਲ ਜੇ, ਮੇਰੀ ਮੈਰਿਜ ਹੋ ਜੇ, ਵਿਆਹ ਹੋ ਜੇ, ਵਿਆਹ ਤੋਂ ਬਾਅਦ ਬੱਚੇ ਹੋ ਜਾਣ, ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਮਤਲਬ ਸਾਰਾ ਕੁਝ ਆਪਣੇ ਬਾਰੇ ਬੱਚਾ ਆਪਣੇ ਇਰਦ ਗਿਰਦ ਹੀ ਸਾਰਾ ਕੁਝ ਸੋਚਦਾ, ਮਤਲਬ ਵੈਲ ਸੈਟਲਡ ਬਾਰੇ ਸੋਚਦਾ ਹੈ, ਠੀਕ ਹੈ ਜੀ। ਤਾਂ ਇਸ ਕਰਕੇ ਕਹਿੰਦਾ ਯੰਗ ਅਡਲਟਹੁੱਡ ਦੇ ਵਿੱਚ ਤਾਂ ਅੱਗੇ ਆ ਗਿਆ ਬੰਦਾ ਆਪਣੇ ਆਪ ਲਈ ਸਭ ਕੁਝ ਕਰਦਾ ਹੈ, ਠੀਕ ਹੈ ਜੀ, ਆਪਣੀ ਮਨ ਦੀ ਸੰਤੁਸ਼ਟੀ ਲਈ ਵੀ ਮੈਂ ਸਭ ਕੁਝ ਕਰਕੇ ਜਾਵਾਂ ਬੱਚਿਆਂ ਦਾ। ਇਸ ਤੋਂ ਬਾਅਦ ਲੈਟਰਲ ਚਾਈਲਡਹੁੱਡ 40 ਤੋਂ 60 ਸਾਲ। ਇਸ ਤੋਂ ਬਾਅਦ ਕੀ ਹੈ, ਆਪਣੀ ਜਨਰੇਸ਼ਨ ਲਈ ਸੋਚਣ ਲੱਗ ਜਾਂਦਾ ਹੈ। ਤਾਂ ਮਤਲਬ ਕੀ ਆ ਗਿਆ, ਇਸ ਦੇ ਵਿੱਚ ਬੱਚਾ ਆਪਣੇ ਬੇਟਿਆਂ ਬਾਰੇ, ਬੱਚਿਆਂ ਬਾਰੇ ਵੀ ਇਹਨਾਂ ਵਾਸਤੇ ਮੈਂ ਕੀ ਕੁਝ ਕਰਨਾ ਹੈ, ਠੀਕ ਹੈ, ਉਹਨਾਂ ਬਾਰੇ ਜ਼ਿਆਦਾ ਸੋਚਣ ਲੱਗ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਆ ਗਈ, ਜਿਹੜੀ 6th ਸਟੇਜਸ ਆ ਗਈ ਓਲਡ ਏਜ, 60 ਸਾਲ ਤੋਂ ਉੱਪਰ। 20 ਤੋਂ 60 ਸਾਲ ਤੱਕ ਦਾ ਅਡਲਟਹੁੱਡ ਦੇ ਵਿੱਚ ਸੀਗਾ, ਹੁਣ ਕੀ ਆ ਗਿਆ ਜੀ 60 ਸਾਲ ਤੋਂ ਉੱਪਰ ਆ ਗਿਆ। 60 ਸਾਲ ਤੋਂ ਉੱਪਰ ਵਾਲੇ ਦੇ ਵਿੱਚ ਕੀ ਆ ਗਿਆ, ਸਟੇਜਸ ਨੰਬਰ 5 ਅਤੇ 6 ਵਿੱਚ ਵਾਧੇ ਅਤੇ ਵਿਕਾਸ ਦਾ ਜਿਹੜਾ 60 ਸਾਲ ਤੋਂ ਉੱਤੇ ਆ ਗਿਆ ਉਹ ਤਾਂ ਕੀ ਜੀ ਅਪ ਟੂ ਟਿਲ ਡੈਥ ਤੱਕ ਚੱਲਦਾ। ਤੇ ਇਸ ਦੇ ਵਿੱਚ ਤੁਹਾਨੂੰ ਪਤਾ ਵੀ ਇਸ ਏਜ ਦੇ ਵਿੱਚ ਬੰਦਾ ਕੀ ਸੋਚਦਾ ਹੈ। ਇਸ ਏਜ ਦੇ ਵਿੱਚ ਤਾਂ ਬੰਦਾ ਤੁਹਾਨੂੰ ਪਤਾ ਕਿਸੇ ਬਾਰੇ ਨਹੀਂ ਸੋਚਦਾ, ਬੰਦਾ ਥੋੜ੍ਹਾ ਜਿਹਾ ਬਸ ਉਹੀ ਹੈ ਵੀ ਜਦੋਂ 60 ਸਾਲ ਤੋਂ ਉੱਤੇ ਹੋ ਜਾਏ ਬੰਦਾ ਫਿਰ ਜਿਹੜਾ ਹੈਗਾ ਬੱਚਿਆਂ ਵਾਂਗ ਬਿਹੇਵ ਕਰਨਾ ਸ਼ੁਰੂ ਕਰ ਦਿੰਦਾ ਹੈ, ਠੀਕ ਹੈ ਜੀ। ਇਕੱਲਾ ਰਹਿੰਦਾ ਹੈ, ਰੱਬ ਦਾ ਇਸ ਏਜ ਦੇ ਵਿੱਚ ਦਾ ਬੰਦਾ ਜੇ ਰੱਬ ਕਰੇ ਤਾਂ ਚੰਗੀ ਗੱਲ ਹੈ, ਠੀਕ ਹੈ। ਪਰ ਅੱਜ ਕੱਲ੍ਹ ਤੁਹਾਨੂੰ ਪਤਾ ਕਰਦੇ ਘੱਟ ਹੈ, ਠੀਕ ਹੈ। ਬੱਚੇ ਸੈਲਫਿਸ਼ ਹੋ ਗਏ, ਪੈਰੈਂਟਸ ਨੂੰ ਇਕੱਲਾ ਛੱਡ ਦਿੰਦੇ ਨੇ ਤੇ ਬੱਚੇ ਵੀ ਪੈਰੈਂਟਸ ਵੀ ਅਜੇ ਇਸ ਏਜ ਦੇ ਵਿੱਚ ਅੱਜ ਕਮਾਉਂਦੇ ਨੇ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਆ ਗਿਆ ਜੀ ਆਪਣੇ ਕੋਲ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ। ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ, ਗਰੋਥ ਐਂਡ ਡਿਵੈਲਪਮੈਂਟ ਦੇ ਵਾਧਾ ਅਤੇ ਵਿਕਾਸ ਦੇ ਸਿਧਾਂਤ ਕਿਹੜੇ ਕਿਹੜੇ ਨੇ। ਤਾਂ ਇੱਕ ਤਾਂ ਮੋਸਟ ਇੰਪੋਰਟੈਂਟ ਹੈ ਜੀ, ਆ ਸਾਰੇ ਦੇ ਸਾਰੇ ਜਿੰਨੇ ਵੀ ਹੈਗੇ ਨੇ ਆਹ ਇੰਪੋਰਟੈਂਟ ਨੇ, ਜਿੰਨੇ ਵੀ ਹੈਗੇ ਆ ਜੀ ਆਹ ਇੰਪੋਰਟੈਂਟ ਨੇ ਜਿਹੜੇ ਇਸ ਦੇ ਸਿਧਾਂਤ ਨੇ, ਠੀਕ ਹੈ ਜੀ, ਇੰਪੋਰਟੈਂਟ ਹੈ। ਤਾਂ ਆਪਣੀ ਕਾਪੀ 'ਤੇ ਇਹਨਾਂ ਨੂੰ ਨੋਟ ਕਰ ਲਿਓ। ਸਭ ਤੋਂ ਪਹਿਲਾ ਜਿਹੜਾ ਪ੍ਰਿੰਸੀਪਲ ਹੈ, ਪ੍ਰਿੰਸੀਪਲ ਆਫ ਕੰਟੀਨਿਊਅਸ ਪ੍ਰੋਸੈਸ, ਪ੍ਰਿੰਸੀਪਲ ਆਫ ਕੰਟੀਨਿਊਅਸ
ਪ੍ਰੋਸੈਸ, ਨਿਰੰਤਰਤਾ ਦਾ ਸਿਧਾਂਤ। ਠੀਕ ਹੈ ਜੀ। ਤਾਂ ਜਿਹੜੀ ਡਿਵੈਲਪਮੈਂਟ ਹੋ ਗਈ, ਉਹ ਜਿਹੜੀ ਡਿਵੈਲਪਮੈਂਟ ਹੈ ਦੋਸਤੋ ਲਗਾਤਾਰ ਚੱਲਦੀ ਹੈ। ਕੀ ਹੈ ਜੀ? ਕੰਟੀਨਿਊਸ ਚੱਲਦੀ ਰਹਿੰਦੀ ਹੈ, ਕਦੇ ਵੀ ਰੁਕਦੀ ਨਹੀਂ। ਹਾਂ, ਇਹ ਘੱਟ ਜਾਂ ਵੱਧ ਹੋ ਸਕਦੀ ਹੈ। ਦੇਖੋ ਬੱਚੇ ਦਾ ਵੋਮ ਤੋਂ ਗੱਲ ਕਰ ਲਈ ਆਪਾਂ, ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ, ਉਸ ਤੋਂ ਬਾਅਦ ਉਹਦੀ ਡਿਵੈਲਪਮੈਂਟ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਮਾਂ ਦੇ ਗਰਭ ਤੋਂ ਹੀ, ਅਤੇ ਅਪ ਟੂ ਕਿੱਥੋਂ ਤੱਕ ਚੱਲਦੀ ਹੈ? ਕਬਰ ਤੱਕ ਚੱਲਦੀ ਹੈ। ਤਾਂ ਕਦੇ ਵੀ ਆਪਾਂ ਕਹਿ ਦਈਏ ਵੀ ਡਿਵੈਲਪਮੈਂਟ ਰੁਕਦੀ ਨਹੀਂ। ਹਾਂ, ਘੱਟ ਜਾਂ ਵੱਧ ਹੋ ਸਕਦੀ ਹੈ। ਜਿਵੇਂ ਆਪਾਂ ਕੱਲ੍ਹ ਆਪਾਂ ਕੀ ਪੜ੍ਹੇ ਸੀਗੇ ਵੀ ਬੱਚੇ ਦਾ ਤੁਹਾਨੂੰ ਮੈਂ ਦੱਸਿਆ ਸੀਗਾ ਜਿਹੜਾ ਫਿਜ਼ੀਕਲ ਡਿਵੈਲਪਮੈਂਟ ਹੈ, ਜਿਹੜੀ ਫਿਜ਼ੀਕਲ ਡਿਵੈਲਪਮੈਂਟ ਦੀ ਆਪਾਂ ਗੱਲ ਕੀਤੀ ਸੀਗੀ, ਉਹ ਸਭ ਤੋਂ ਜ਼ਿਆਦਾ ਕਿਹੜੀ ਸਟੇਜ ਦੇ ਵਿੱਚ ਕੀਤਾ ਸੀਗਾ ਆਪਾਂ? ਫਿਜ਼ੀਕਲ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਕਿਹੜੀ ਦੇ ਵਿੱਚ ਹੁੰਦੇ ਆ ਜੀ? ਜਿਹੜੀ ਆਪਣੀ ਆ ਸਟੇਜ ਸੀਗੀ ਸੈਂਸਰੀ ਮੋਟਰ ਸਟੇਜ। ਠੀਕ ਹੈ ਜੀ। ਅਤੇ ਆਪਾਂ ਜੇ ਜੇ ਆਪਾਂ ਕੋਗਨੇਟਿਵ ਡਿਵੈਲਪਮੈਂਟ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਜ਼ਿਆਦਾ ਹੁੰਦਾ ਹੈ। ਘੱਟ ਜਾਂ ਜ਼ਿਆਦਾ ਹੋਣ ਦਾ ਮਤਲਬ ਕੀ ਹੈ ਵੀ ਕੰਟੀਨਿਊਸ ਹੈ ਬਟ ਘੱਟ ਜਾਂ ਵੱਧ ਹੈ। ਜਿਵੇਂ ਬੱਚੇ ਦੀ ਜਿਹੜੀ ਹਾਈਟ ਦੀ ਆਪਾਂ ਜੇ ਗੱਲ ਕਰਦੇ ਹਾਂ, ਬੱਚੇ ਦੀ ਜਿਹੜੀ ਹਾਈਟ ਆ ਉਹ 18 ਸਾਲ ਤੱਕ ਵੱਧਦੀ ਹੈ। ਠੀਕ ਹੈ ਜੀ। ਅਤੇ ਸੈਂਸਰੀ ਮੋਟਰ ਸਟੇਜ ਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਹਾਈਟ ਆ, ਬੱਚਾ ਨਿਰੰਤਰ ਡੇਲੀ ਆਪਾਂ ਕੁਛ ਦੇਖਦੇ ਹਾਂ ਬੱਚੇ ਦੀ ਹਾਈਟ ਦੇ ਵਿੱਚ ਬਹੁਤ ਜ਼ਿਆਦਾ ਛੇਤੀ ਚੇਂਜਸ ਆਉਂਦੇ ਨੇ। ਠੀਕ ਹੈ ਜੀ। ਤਾਂ ਉਹ ਚੀਜ਼ ਦੀ ਆਪਣੇ ਇੱਥੇ ਗੱਲ ਹੋ ਰਹੀ ਹੈ ਵੀ ਜਿਹੜਾ ਕੰਟੀਨਿਊਸ ਪ੍ਰੋਸੈਸ ਹੈ, ਜਿਹੜੀ ਡਿਵੈਲਪਮੈਂਟ ਚੱਲਦੀ ਹੈ ਉਹ ਕੰਟੀਨਿਊਸਲੀ ਚੱਲਦੀ ਹੈ। ਠੀਕ ਹੈ ਜੀ। ਬਟ ਰੁਕਦੀ ਕਦੇ ਵੀ ਨਹੀਂ, ਕੰਟੀਨਿਊਸ ਹੈ। ਵਾਧਾ ਅਤੇ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ। ਠੀਕ ਹੈ ਜੀ। ਅੱਗੇ ਪਿਆਜੇ ਇਹਦੀ ਸਟੇਜਸ ਦੀ ਜ਼ਰੂਰ ਗੱਲ ਕਰਦਾ ਹੈ ਵੀ ਸਟੇਜਸ ਦੇ ਵਿੱਚ ਹੁੰਦਾ ਹੈ। ਠੀਕ ਹੈ। ਤਾਂ ਤੁਸੀਂ ਇੰਨਾ ਜ਼ਰੂਰ ਯਾਦ ਰੱਖਣਾ ਵੀ ਇੱਕ ਕੰਟੀਨਿਊਸ ਪ੍ਰੋਸੈਸ ਹੈ। ਇੱਥੋਂ ਡਾਇਰੈਕਟ ਕੁਐਸਚਨ ਬਣਦੇ ਨੇ ਐਗਜ਼ਾਮ ਦੇ ਵਿੱਚ। ਠੀਕ ਹੈ ਨਾ। ਸੈਕਿੰਡ ਕੀ ਕਹਿੰਦਾ ਜੀ? ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਿਸ। ਇੰਡੀਵਿਜੂਅਲ ਡਿਫਰੈਂਸਿਸ ਕੀ ਆ ਗਿਆ? ਵਿਅਕਤੀਗਤ ਵਿਭਿੰਨਤਾਵਾਂ। ਵਿਅਕਤੀਗਤ ਵਿਭਿੰਨਤਾਵਾਂ ਕੀ ਆ ਗਈਆਂ? ਮਤਲਬ ਜੋ ਦੋ ਸਕੇ ਭੈਣ ਭਾਈ ਕਿਉਂ ਨਾ ਹੋਣ ਘਰ ਦੇ ਵਿੱਚ। ਠੀਕ ਹੈ ਜੀ। ਰੀਅਲ ਬ੍ਰਦਰ ਅਤੇ ਸਿਸਟਰ ਹੈ, ਉਹਨਾਂ ਦੇ ਵਿੱਚ ਵੀ ਕੀ ਹੈ ਜਿਹੜੀ ਡਿਵੈਲਪਮੈਂਟ ਦਾ ਜਿਹੜਾ ਹੈ ਉਹ ਫਰਕ ਹੁੰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ, ਸਪੋਜ਼ ਕਰੋ ਟਵਿੰਸ ਕਿਉਂ ਨਾ ਹੋਣ, ਭਾਵੇਂ ਜੁੜਵਾਂ ਬੱਚੇ ਹੋਣ। ਜੁੜਵਾਂ ਬੱਚੇ ਵੀ ਕੀ ਹੈ, ਇੱਕ ਬੱਚਾ ਪਹਿਲਾਂ ਬੋਲਣਾ ਸਿੱਖ ਜਾਂਦਾ, ਦੂਜਾ ਲੇਟ ਸਿੱਖਦਾ। ਇੱਕ ਪਹਿਲਾਂ ਤੁਰਨਾ ਸਿੱਖ ਜਾਂਦਾ ਹੈ, ਦੂਜਾ ਲੇਟ ਸਿੱਖਦਾ ਹੈ। ਤਾਂ ਇਹਨੂੰ ਕਹਿੰਦੇ ਆਪਾਂ ਇੰਡੀਵਿਜੂਅਲ ਡਿਫਰੈਂਸਿਸ। ਤਾਂ ਆਪਾਂ ਟਵਿੰਸ ਜਿਹੜੇ ਜੁੜਵਾਂ ਬੱਚੇ ਆ ਉਹਨਾਂ ਦੇ ਵਿੱਚ ਵੀ ਪਾਇਆ ਜਾਂਦਾ ਹੈ, ਤਾਂ ਦੂਜਿਆਂ ਦੇ ਵਿੱਚ ਤਾਂ ਪੈਣਾ ਹੀ ਪੈਣਾ ਹੈ। ਠੀਕ ਹੈ ਜੀ। ਆਪਾਂ ਦੇਖਦੇ ਹਾਂ ਦੋ ਭਾਈ ਭੈਣ ਨੇ, ਇੱਕ ਦਾ ਜਿਹੜਾ ਕਲਰ ਹੈ ਉਹ ਕਾਲਾ ਹੁੰਦਾ, ਦੂਜੇ ਦਾ ਕੀ ਹੁੰਦਾ? ਸਫੇਦ ਹੁੰਦਾ। ਜਾਂ ਇੱਕ ਦੀ ਹਾਈਟ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ, ਇੱਕ ਦੀ ਹਾਈਟ ਬਹੁਤ ਘੱਟ ਹੁੰਦੀ ਹੈ। ਇਹਨੂੰ ਕਹਿੰਦੇ ਆਪਾਂ ਇੰਡੀਵਿਜੂਅਲ ਡਿਫਰੈਂਸਿਸ, ਵਿਅਕਤੀਗਤ ਵਿਭਿੰਨਤਾਵਾਂ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਕੀ ਆ ਗਿਆ ਜੀ? ਥਰਡ ਕੀ ਆ ਗਿਆ? ਪ੍ਰਿੰਸੀਪਲ ਆਫ ਲੇਕ ਆਫ ਰੇਟ। ਵਾਧਾ ਅਤੇ ਵਿਕਾਸ ਇਕਸਾਰ ਨਹੀਂ ਹੁੰਦਾ। ਵਾਧਾ ਅਤੇ ਵਿਕਾਸ ਇਕਸਾਰ ਨਾਲ ਨਹੀਂ ਹੁੰਦਾ। ਇਕਸਾਰ ਨਾਲ ਮਤਲਬ ਕੀ ਹੈ ਜੀ? ਉਹੀ ਚੀਜ਼ ਤੁਹਾਨੂੰ ਦੱਸਿਆ ਵੀ ਘੱਟ ਜਾਂ ਵੱਧ ਇੱਕੋ ਰੇਟ ਦੇ ਵਿੱਚ ਨਹੀਂ ਹੁੰਦਾ। ਜਿਵੇਂ ਆਪਾਂ ਦੇਖਿਆ ਵੀ ਸੈਂਸਰੀ ਮੋਟਰ ਸਟੇਜ ਦੇ ਵਿੱਚ ਜਿਹੜੀ ਫਿਜ਼ੀਕਲ ਡਿਵੈਲਪਮੈਂਟ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉਸ ਤੋਂ ਬਾਅਦ ਵਾਲੇ ਦੇ ਵਿੱਚ ਕੀ ਆਪਾਂ ਪੜ੍ਹਿਆ ਸੀਗਾ ਵੀ ਜਿਹੜੀ ਕੋਗਨੇਟਿਵ ਡਿਵੈਲਪਮੈਂਟ ਆ ਉਹ ਜ਼ਿਆਦਾ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਲੇਕ ਆਫ ਰੇਟ ਹੈ, ਜਿਹੜਾ ਵਾਧਾ ਅਤੇ ਵਿਕਾਸ ਹੈ ਇੱਕ ਨਿਰੰਤਰ ਪ੍ਰਕਿਰਿਆ ਦੇ ਵਿੱਚ ਨਹੀਂ ਚੱਲਦਾ, ਘੱਟ ਜਾਂ ਵੱਧ ਚੱਲਦੇ ਰਹਿੰਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੋ ਗਿਆ? ਪ੍ਰਿੰਸੀਪਲ ਆਫ ਆਰਡੀਨਰੀ ਡਿਵੈਲਪਮੈਂਟ। ਇੱਕ ਆਰਡਰ ਦੇ ਵਿੱਚ ਚੱਲਦਾ। ਵਾਧਾ ਅਤੇ ਵਿਕਾਸ ਕੀ ਚੱਲਦਾ ਜੀ? ਇੱਕ ਆਰਡਰ ਦੇ ਵਿੱਚ ਚੱਲਦਾ, ਸਟੈਪ ਵਾਈਜ਼ ਚੱਲਦਾ ਹੈ। ਜੇ ਆਪਾਂ ਸਟੈਪ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਅੱਗੇ ਆਪਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕੀ ਹੁੰਦੀ ਹੈ ਜੀ? ਫਿਜ਼ੀਕਲ ਡਿਵੈਲਪਮੈਂਟ ਹੁੰਦੀ ਹੈ। ਟਾਈਪਸ ਆਫ ਡਿਵੈਲਪਮੈਂਟ ਆਪਾਂ ਕਹਿ ਸਕਦੇ ਹਾਂ। ਸਭ ਤੋਂ ਪਹਿਲਾਂ ਹੁੰਦੀ ਹੈ ਜੀ ਫਿਜ਼ੀਕਲ ਡਿਵੈਲਪਮੈਂਟ। ਫਿਜ਼ੀਕਲ ਇੱਕ ਮਿੰਟ ਦੋਸਤੋ, ਸਭ ਤੋਂ ਪਹਿਲਾਂ ਕੀ ਹੁੰਦੀ ਹੈ ਜੀ? ਫਿਜ਼ੀਕਲ ਡਿਵੈਲਪਮੈਂਟ। ਫਿਜ਼ੀਕਲ ਡਿਵੈਲਪਮੈਂਟ ਹੁੰਦੀ ਹੈ। ਫਿਜ਼ੀਕਲ ਡਿਵੈਲਪਮੈਂਟ, ਫਿਜ਼ੀਕਲ ਸਭ ਤੋਂ ਪਹਿਲਾਂ ਹੁੰਦੀ ਹੈ ਜੀ ਫਿਜ਼ੀਕਲ ਡਿਵੈਲਪਮੈਂਟ। ਫਿਜ਼ੀਕਲ ਡਿਵੈਲਪਮੈਂਟ ਮਤਲਬ ਸਰੀਰਕ ਵਿਕਾਸ ਸਭ ਤੋਂ ਪਹਿਲਾਂ ਹੁੰਦਾ ਹੈ। ਸਰੀਰਕ ਵਿਕਾਸ ਤੋਂ ਬਾਅਦ ਜੇ ਦੂਜੇ ਦੀ ਆਪਾਂ ਗੱਲ ਕਰ ਲਈਏ ਤਾਂ ਦੂਜੇ ਨੰਬਰ 'ਤੇ ਕੀ ਆਉਂਦੀ ਹੈ ਜੀ? ਕੋਗਨੇਟਿਵ ਡਿਵੈਲਪਮੈਂਟ, ਸੰਗਿਆਤਮਕ ਵਿਕਾਸ। ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਜੀ ਕੋਗਨੇਟਿਵ। ਠੀਕ ਹੈ ਜੀ। ਅਤੇ ਪੰਜਾਬੀ ਦੇ ਵਿੱਚ ਕਹਿ ਦਿੰਦੇ ਜੀ ਸੰਗਿਆਤਮਕ। ਠੀਕ ਹੈ ਜੀ। ਕੋਗਨੇਟਿਵ ਡਿਵੈਲਪਮੈਂਟ ਜਾਂ ਸੰਗਿਆਤਮਕ ਵਿਕਾਸ। ਤੀਜੇ ਨੰਬਰ 'ਤੇ ਜੇ ਆਪਾਂ ਗੱਲ ਕਰੀਏ, ਤੀਜੇ ਨੰਬਰ 'ਤੇ ਕੀ ਆਉਂਦਾ ਜੀ? ਤੀਜੇ ਨੰਬਰ 'ਤੇ ਆਉਂਦਾ ਜੀ ਸੋਸ਼ਲ ਡਿਵੈਲਪਮੈਂਟ। ਕੀ ਆਉਂਦਾ ਜੀ? ਸੋਸ਼ਲ ਡਿਵੈਲਪਮੈਂਟ। ਥਰਡ ਕਿਹੜਾ ਆਉਂਦਾ ਜੀ? ਸੋਸ਼ਲ ਡਿਵੈਲਪਮੈਂਟ। ਠੀਕ ਹੈ ਜੀ। ਅਤੇ ਸੋਸ਼ਲ ਦਾ ਮਤਲਬ ਕੀ ਆ ਗਿਆ ਜੀ? ਸਮਾਜਿਕ ਵਿਕਾਸ। ਉਸ ਤੋਂ ਬਾਅਦ ਜੇ ਆਪਾਂ ਫੋਰਥ ਨੰਬਰ ਦੀ ਗੱਲ ਕਰੀਏ ਤਾਂ ਫੋਰਥ 'ਤੇ ਕੀ ਆਉਂਦਾ ਜੀ? ਇਮੋਸ਼ਨਲ ਡਿਵੈਲਪਮੈਂਟ। ਫੋਰਥ 'ਤੇ ਕੀ ਆਉਂਦਾ ਜੀ? ਇਮੋਸ਼ਨਲ ਡਿਵੈਲਪਮੈਂਟ ਮਤਲਬ ਸੰਵੇਗਿਕ। ਹਿੰਦੀ ਦੇ ਵਿੱਚ ਕੀ ਕਹਿ ਦਿੰਦੇ ਹਾਂ ਜੀ ਆਪਾਂ? ਸੰਵੇਗਿਕ
ਤੇ ਇਮੋਸ਼ਨਲ ਮਤਲਬ ਭਾਵਨਾਵਾਂ ਨਾਲ ਜਿਹੜਾ ਜੁੜਿਆ ਹੁੰਦਾ ਵਿਕਾਸ ਆ। ਤਾਂ ਇਹ ਇਸੇ ਪੈਟਰਨ ਦੇ ਵਿੱਚ ਚੱਲਦਾ ਹੈ। ਮਤਲਬ ਪਹਿਲਾਂ ਬੱਚੇ ਦਾ ਕੀ ਹੁੰਦਾ ਜੀ, ਦੇਖੋ 4 ਟਾਈਪ ਦੀ ਮੈਂ ਇੱਥੇ ਗੱਲ ਕੀਤੀ ਹੈ। 1 ਨੰਬਰ 'ਤੇ ਤੁਹਾਨੂੰ ਗੱਲ ਕੀਤੀ ਹੈ ਫਿਜ਼ੀਕਲ ਡਿਵੈਲਪਮੈਂਟ ਦੀ, ਸਰੀਰਕ ਵਿਕਾਸ ਦੀ। ਦੂਜੇ ਨੰਬਰ 'ਤੇ ਮੈਂ ਤੁਹਾਡੇ ਨਾਲ ਕੀਤੀ ਹੈ ਕੋਗਨੇਟਿਵ ਮਤਲਬ ਬੌਧਿਕ ਵਿਕਾਸ ਦੀ, ਸੰਗਿਆਤਮਕ ਵਿਕਾਸ ਦੀ। ਠੀਕ ਹੈ ਜੀ। ਮਤਲਬ ਪਹਿਲਾਂ ਬੱਚੇ ਦਾ ਕੀ ਹੁੰਦਾ, ਸਰੀਰਕ ਵਿਕਾਸ ਹੁੰਦਾ। ਜਿਵੇਂ ਆਪਾਂ ਮਾਂ ਦੇ ਗਰਭ ਦੇ ਵਿੱਚ ਦੀ ਗੱਲ ਕਰ ਲਈਏ ਤਾਂ ਡਿਵੈਲਪਮੈਂਟ ਕੀ ਹੁੰਦਾ, ਬੱਚੇ ਦਾ ਸਰੀਰ ਬਣਦਾ ਹੈ ਪਹਿਲਾਂ। ਉਸ ਤੋਂ ਬਾਅਦ ਕੀ ਹੈ, ਬੱਚੇ ਦਾ ਦਿਮਾਗ ਬਣਦਾ ਹੈ। ਤੀਜੇ ਨੰਬਰ 'ਤੇ ਬੱਚਾ ਕੀ ਹੈ, ਜਦੋਂ ਬੱਚਾ ਪੈਦਾ ਹੋ ਗਿਆ, ਪੈਦਾ ਹੋਣ ਤੋਂ ਬਾਅਦ ਜਦੋਂ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ ਜੀ। ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਜੀ, ਸਮਾਜਿਕ ਵਿਕਾਸ। ਤੇ ਉਸ ਤੋਂ ਬਾਅਦ ਇਮੋਸ਼ਨਸ ਆਉਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ। ਹੌਲੀ ਹੌਲੀ ਜਦੋਂ ਆ ਦੇਖੋ ਆ ਇਸੇ ਪੈਟਰਨ 'ਚ ਚੱਲੇਗਾ। 1 ਨੰਬਰ 'ਤੇ ਫਿਜ਼ੀਕਲ, ਦੂਜੇ 'ਤੇ ਕੋਗਨੇਟਿਵ, ਤੀਜੇ 'ਤੇ ਸੋਸ਼ਲ, ਤੇ ਚੌਥੇ 'ਤੇ ਕੀ ਆਏਗਾ ਜੀ, ਇਮੋਸ਼ਨਲ। ਠੀਕ ਹੈ। ਤੇ ਆ ਇਸੇ ਪੈਟਰਨ ਦੇ ਵਿੱਚ ਚੱਲਦਾ ਹੈ। ਤਾਂ ਇਸੇ ਕਰਕੇ 4th ਪੁਆਇੰਟ ਕੀ ਕਹਿੰਦਾ ਜੀ, ਪ੍ਰਿੰਸੀਪਲ ਆਫ ਆਰਡਨਰਲੀ ਡਿਵੈਲਪਮੈਂਟ। ਵਾਧਾ ਤੇ ਵਿਕਾਸ ਇੱਕ ਸਟੈਪ ਬਾਈ ਚੱਲਦਾ ਹੈ, ਇਸੇ ਸਟੈਪ ਦੇ ਵਿੱਚ ਚੱਲੇਗਾ। ਠੀਕ ਹੈ ਜੀ। ਪ੍ਰਿੰਸੀਪਲ ਆਫ ਯੂਨੀਫਾਰਮ ਪੈਟਰਨ, ਸੇਮ ਆਹੀ ਚੀਜ਼ ਆ ਗਿਆ। ਯੂਨੀਫਾਰਮ ਪੈਟਰਨ ਇੱਕ ਪੈਟਰਨ ਦੇ ਵਿੱਚ ਚੱਲੇਗਾ, ਇਸੇ ਪੈਟਰਨ ਦੇ ਵਿੱਚ ਚੱਲੇਗਾ। ਤੇ ਆਹ ਪੈਟਰਨ ਜਿਹੜਾ ਹੈਗਾ ਮਤਲਬ ਇਸੇ ਪੈਟਰਨ ਦੇ ਵਿੱਚ ਜਿਹੜਾ ਡਿਵੈਲਪਮੈਂਟ ਹੁੰਦੀ ਹੈ ਉਹ ਚੱਲਦੀ ਹੈ। ਉਸ ਤੋਂ ਬਾਅਦ 4th ਆਪਾਂ ਜੇ ਕਹਿ ਦਈਏ ਪ੍ਰਿੰਸੀਪਲ ਆਫ ਸੀਕੁਐਂਸਸ ਦੀ ਮਤਲਬ ਕੀ ਹੈ, ਜਿਹੜੀ ਮੈਂ ਸੀਕੁਐਂਸ ਤੁਹਾਨੂੰ ਦੱਸੀ ਹੈ ਵੀ 1 ਨੰਬਰ 'ਤੇ ਫਿਜ਼ੀਕਲ, 2 ਨੰਬਰ 'ਤੇ ਕੋਗਨੇਟਿਵ, 3 ਨੰਬਰ 'ਤੇ ਸੋਸ਼ਲ, ਤੇ 4 ਨੰਬਰ 'ਤੇ ਇਮੋਸ਼ਨਸ। ਮਤਲਬ ਇਸੇ ਸੀਕੁਐਂਸ ਦੇ ਵਿੱਚ ਹੋਏਗਾ। ਐਵੇਂ ਨਹੀਂ ਹੋਏਗਾ ਵੀ ਬੱਚੇ ਦਾ ਪਹਿਲਾਂ ਦਿਮਾਗੀ ਵਿਕਾਸ ਪਹਿਲਾਂ ਹੋ ਜੇ ਤੇ ਸਰੀਰਕ ਵਿਕਾਸ ਬਾਅਦ ਦੇ ਵਿੱਚ ਹੋਵੇ, ਕਦੇ ਵੀ ਨਹੀਂ ਹੋਏਗਾ। ਜੇ ਆਪਾਂ ਕਹਿ ਦਈਏ ਬੱਚੇ ਦੇ ਵਿੱਚ ਅੰਦਰ ਭਾਵਨਾਵਾਂ, ਇਮੋਸ਼ਨਲ ਡਿਵੈਲਪਮੈਂਟ ਪਹਿਲਾਂ ਆ ਜਾਣ ਤੇ ਬੱਚੇ ਦਾ ਸਮਾਜਿਕ ਵਿਕਾਸ ਬਾਅਦ ਦੇ ਵਿੱਚ ਹੋਏ, ਕਦੇ ਵੀ ਨਹੀਂ ਹੋਏਗਾ। ਬੱਚੇ ਦਾ ਪਹਿਲਾਂ ਸਰੀਰਕ ਵਿਕਾਸ ਹੋਏਗਾ, ਫਿਰ ਸੰਗਿਆਤਮਕ ਵਿਕਾਸ ਹੋਏਗਾ, ਫਿਰ ਤੀਜੇ ਨੰਬਰ 'ਤੇ ਸਮਾਜਿਕ ਵਿਕਾਸ ਹੋਏਗਾ, ਫਿਰ ਚੌਥੇ ਨੰਬਰ 'ਤੇ ਸਾਂਵੇਗਿਕ ਵਿਕਾਸ ਹੋਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜੇ ਚੱਲਦੇ ਹਾਂ ਜੀ ਪ੍ਰਿੰਸੀਪਲ ਆਫ ਪ੍ਰੀਡਿਕਟੇਬਿਲਿਟੀ। ਯੂਨੀਫਾਰਮ ਪੈਟਰਨ ਤੋਂ ਬਾਅਦ 7ਵਾਂ ਕੀ ਆ ਗਿਆ ਜੀ, ਪ੍ਰਿੰਸੀਪਲ ਆਫ ਸੀਕੁਐਂਸ। ਤੇ 8ਵਾਂ ਕੀ ਆ ਗਿਆ ਜੀ, ਇੰਪੋਰਟੈਂਟ ਹੈ, ਪ੍ਰਿੰਸੀਪਲ ਆਫ ਪ੍ਰੀਡਿਕਟੇਬਿਲਿਟੀ। ਪ੍ਰੀਡਿਕਟੇਬਿਲਿਟੀ ਦੇ ਵਿੱਚ ਕੀ ਆ ਗਿਆ ਜੀ, ਅੰਦਾਜ਼ਾ ਲਗਾਇਆ ਸਕਦਾ ਹੈ। ਦੇਖੋ ਗਰੋਥ ਐਂਡ ਡਿਵੈਲਪਮੈਂਟ ਦੀ ਕੀ ਹੈ ਜੀ, ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਹੁਣ ਆਪਣੇ ਦਿਮਾਗ ਦੇ ਵਿੱਚ ਆਉਂਦਾ ਜੀ ਵੀ ਆਪਾਂ ਭਵਿੱਖਬਾਣੀ ਕਿਵੇਂ ਕਰ ਸਕਦੇ ਹਾਂ ਕਿਸੇ ਬੰਦੇ ਬਾਰੇ, ਵੀ ਕਿਵੇਂ ਦਾ ਹੋਏਗਾ। ਤਾਂ ਭਵਿੱਖਬਾਣੀ ਦਾ ਮਤਲਬ ਕੀ ਆ ਗਿਆ ਜੀ, ਜਿਵੇਂ ਕਿ ਆਪਾਂ ਕਈ ਵਾਰੀ ਦੇਖਦੇ ਹਾਂ ਵੀ ਕੋਈ ਬੱਚਾ ਹੈ, ਉਹਦੀ ਹਾਈਟ ਕੀ ਹੈ, ਛੋਟੀ ਹੈ, ਵੇਖਣ 'ਚ ਉਹ ਲੱਗ ਰਿਹਾ ਛੋਟਾ ਲੱਗ ਰਿਹਾ। ਤਾਂ ਆਪਾਂ ਕੀ ਦੇਖਦੇ ਹਾਂ ਵੀ ਇਹਦੇ ਜੇ ਮਾਂ ਪਿਓ ਛੋਟੇ ਨੇ, ਜੇ ਮਾਂ ਅਤੇ ਪਿਓ ਦੀ ਹਾਈਟ ਘੱਟ ਹੈ ਤਾਂ ਬੱਚੇ ਦੀ ਵੀ ਹਾਈਟ ਕੀ ਹੋਏਗੀ, ਨੈਚੁਰਲੀ ਗੱਲ ਆ ਵੀ ਘੱਟ ਹੋਏਗੀ। ਠੀਕ ਹੈ। ਇਸੇ ਤਰ੍ਹਾਂ ਦੇਖਦੇ ਆ ਜੇ ਮਾਂ ਅਤੇ ਪਿਓ ਦਾ ਰੰਗ ਜੇ ਕਾਲਾ ਹੈ, ਠੀਕ ਹੈ, ਤਾਂ ਬੱਚੇ ਦਾ ਰੰਗ ਵੀ ਕੀ ਹੋਏਗਾ ਜੀ, ਕਾਲਾ ਹੋਏਗਾ। ਤਾਂ ਕਹਿਣ ਦਾ ਮਤਲਬ ਦੇਖੋ ਆਹ ਭਵਿੱਖਬਾਣੀ ਹੁੰਦੀ ਹੈ, ਅੰਦਾਜ਼ਾ ਹੈ। ਅੰਦਾਜ਼ਾ ਸਹੀ ਵੀ ਹੋ ਸਕਦਾ ਤੇ ਗਲਤ ਵੀ ਹੋ ਸਕਦਾ ਹੈ। ਠੀਕ ਹੈ ਨਾ। ਤਾਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ। ਠੀਕ ਹੈ। ਤਾਂ ਆਪਾਂ ਦੇਖਦੇ ਵੀ ਹਾਂ ਜਿੰਨੇ ਬੱਚੇ ਪੈਰੈਂਟਸ ਦੀ ਹਾਈਟ ਜਿਹੜੀ ਹੁੰਦੀ ਹੈ ਘੱਟ ਹੈ, ਤਾਂ ਉਹਨਾਂ ਦੇ ਬੱਚਿਆਂ ਦੀ ਹਾਈਟ ਵੀ ਕੀ ਹੁੰਦੀ ਹੈ ਜੀ, ਘੱਟ ਹੁੰਦੀ ਹੈ। ਆਪਾਂ ਆਂਢ ਗੁਆਂਢ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਕੇਸ ਇੱਦਾਂ ਦੇ ਜਿਹੜੇ ਦੇਖਦੇ ਹਾਂ। ਤਾਂ ਪ੍ਰਿੰਸੀਪਲ ਆਫ ਪ੍ਰੀਡਿਕਟੇਬਿਲਿਟੀ ਵੀ ਅੰਦਾਜ਼ਾ ਲਗਾਇਆ ਜਾ ਸਕਦਾ, ਭਵਿੱਖਬਾਣੀ ਹੈ ਜਿਹੜੀ ਡਿਵੈਲਪਮੈਂਟ ਦੀ ਉਹ ਕੀਤੀ ਜਾ ਸਕਦੀ ਹੈ। ਪ੍ਰਿੰਸੀਪਲ ਆਫ ਜਰਨਲ ਟੂ ਸਪੈਸੀਫਿਕ ਵੀ ਜਿਹੜਾ ਵਾਧਾ ਹੈ ਤੇ ਵਿਕਾਸ ਹੈ, ਜਿਹੜੇ ਸਧਾਰਨ ਤੋਂ ਕਿੱਧਰ ਵੱਲ ਜਾਂਦੇ ਜੀ, ਵਿਸ਼ੇਸ਼ ਵੱਲ ਜਾਂਦੇ ਨੇ। ਸਧਾਰਨ ਤੋਂ ਕਿੱਧਰ ਜਾਂਦੇ ਨੇ, ਵਿਸ਼ੇਸ਼ ਵੱਲ। ਮਤਲਬ ਪਹਿਲਾਂ ਜਿਹੜਾ ਆਪਾਂ ਆਪਣੇ ਆਪ 'ਤੇ ਲਾ ਲਓ ਵੀ ਪਹਿਲਾਂ ਆਪਾਂ ਕੀ ਹੈ ਜੀ, ਆਪਣੇ ਬਾਰੇ ਸੋਚਦੇ ਹਾਂ ਜਦੋਂ ਬੱਚਾ ਛੋਟਾ ਹੁੰਦਾ ਹੈ। ਠੀਕ ਹੈ ਜੀ। ਜਿਵੇਂ ਤੁਹਾਨੂੰ ਗੱਲ ਕੀਤੀ ਸੀਗੀ ਆਪਾਂ, ਬੱਚਾ ਕੀ ਹੁੰਦਾ ਜੀ, ਸੈਲਫ ਸੈਂਟਰਡ ਹੁੰਦਾ ਹੈ। ਹੌਲੀ ਹੌਲੀ ਕੀ ਹੈ, ਜਿਵੇਂ ਜਿਵੇਂ ਆਪਾਂ ਸਿਆਣੇ ਹੁੰਦੇ, ਮੈਚਿਓਰ ਹੋਣੇ ਸ਼ੁਰੂ ਕਰ ਦਿੰਦੇ ਹਾਂ, ਤਾਂ ਆਪਾਂ ਨੂੰ ਸਾਰਿਆਂ ਬਾਰੇ ਸੋਚਣਾ ਪੈਂਦਾ। ਆਪਾਂ ਆਪਣੇ ਬਾਰੇ ਵੀ ਸੋਚਦੇ ਹਾਂ, ਮਾਂ ਪਿਓ ਬਾਰੇ ਵੀ ਸੋਚਦੇ ਹਾਂ, ਰਿਸ਼ਤੇਦਾਰਾਂ ਬਾਰੇ ਸੋਚਦੇ ਹਾਂ, ਅਤੇ ਬਹੁਤ ਕੁਝ ਸੋਚਦੇ ਹਾਂ। ਠੀਕ ਹੈ ਜੀ। ਇਸ ਕਰਕੇ ਕੀ ਹੋ ਗਿਆ ਜੀ, ਪ੍ਰਿੰਸੀਪਲ ਆਫ ਜਰਨਲ ਟੂ ਸਪੈਸੀਫਿਕ ਵੀ ਜਿਹੜਾ ਵਾਧਾ ਅਤੇ ਵਿਕਾਸ ਹੈ ਉਹ ਸਧਾਰਨ ਤੋਂ ਕਿੱਧਰ ਵੱਲ ਜਾਂਦਾ ਜੀ, ਵਿਸ਼ੇਸ਼ ਵੱਲ ਜਾਂਦਾ ਹੈ। ਉਸ ਤੋਂ ਬਾਅਦ ਕੀ ਆ ਗਿਆ ਜੀ, 10 ਨੰਬਰ ਵੀ ਇੰਪੋਰਟੈਂਟ ਹੈ, ਪ੍ਰਿੰਸੀਪਲ ਆਫ ਸਫੇਲੋਕੋਡਲ। ਇਹ ਦੇਖੋ 10 ਨੰਬਰ ਅਤੇ 11 ਨੰਬਰ ਆ ਜਿਹੜੇ ਦੋਨੇ ਦੇ ਦੋਨੇ ਹੈ, ਇਹ ਜਿਹੜੇ ਹੈਗੇ ਜੀ, ਇਹ ਡਿਵੈਲਪਮੈਂਟ ਦੇ ਵਿੱਚ ਕੀ ਆ ਜਾਂਦੇ ਜੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸੌਰੀ ਦੋਸਤੋ, ਪ੍ਰਿੰਸੀਪਲ ਆਫ ਡਾਇਰੈਕਸ਼ਨ ਦੇ ਵਿੱਚ ਆ ਜਾਂਦੇ ਨੇ। ਆ ਦੋਨੇ ਦੇ ਦੋਨੇ ਕੀ ਆ ਜਾਂਦੇ ਜੀ, ਪ੍ਰਿੰਸੀਪਲ ਆਫ ਡਾਇਰੈਕਸ਼ਨ ਵੀ ਜਿਹੜੀ ਡਿਵੈਲਪਮੈਂਟ ਹੋਏਗੀ ਉਹਦੀ ਡਾਇਰੈਕਸ਼ਨ ਕੀ ਹੋਏਗੀ, ਦਿਸ਼ਾ ਕੀ ਹੋਏਗੀ। ਤਾਂ ਉਹਦੇ ਦੋਨੇ ਟਾਈਪਸ ਨੇ, ਆਹ ਪ੍ਰਿੰਸੀਪਲ ਆਫ ਸਫੇਲੋਕੋਡਲ ਅਤੇ ਪ੍ਰਿੰਸੀਪਲ ਆਫ ਪ੍ਰੋਕਸੀਮੋਡਿਸਟਲ। ਪ੍ਰਿੰਸੀਪਲ ਆਫ ਸਫੇਲੋਕੋਡਲ। ਤਾਂ ਪ੍ਰਿੰਸੀਪਲ ਆਫ ਸਫੇਲੋਕੋਡਲ ਕੀ ਹੈ ਜੀ, ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ ਹਾਂ ਜੀ, ਸਿਰ ਪਦੌਣ ਮੁਖੀ। ਕੀ ਕਹਿੰਦੇ ਆ ਦੋਸਤੋ, ਸਿਰ ਪਦੌਣ ਮੁਖੀ। ਸਿਰ ਪਦੌਣ ਮੁਖੀ, ਸਿਰ ਪਦੌਣ ਮੁਖੀ। ਤਾਂ ਨਾਮ ਤੋਂ ਹੀ ਕਲੀਅਰ ਹੈ, ਸਿਰ ਤੋਂ ਪੈਰਾਂ ਤੱਕ। ਮਤਲਬ ਜਿਹੜਾ ਬੱਚੇ ਦਾ ਵਿਕਾਸ ਜਿਹੜਾ ਹੁੰਦਾ ਹੈ ਉਹ ਹੈਡ ਟੂ ਫਿੱਟ ਹੁੰਦਾ ਹੈ। ਇੱਥੇ ਦੇਖੋ ਹੈਡ ਟੂ ਟੋਏ ਲਿਖਿਆ ਹੋਇਆ ਹੈ,
ਹੈਡ ਟੂ ਟੋਏ मतलब ਸਿਰ ਤੋਂ ਲੈ ਕੇ ਪੈਰਾਂ ਤੱਕ, ਠੀਕ ਹੈ ਜੀ। ਹੈਡ ਟੂ ਫਿਟ ਵੀ ਕਹਿ ਦਿੰਦੇ ਨੇ, ਹੈਡ ਟੂ ਟੋਏ ਕਹਿ ਲਓ, ਅਰਥਾਤ ਵਾਧਾ ਅਤੇ ਵਿਕਾਸ ਸਿਰ ਤੋਂ ਪੈਰਾਂ ਵੱਲ ਹੁੰਦਾ ਹੈ, ਠੀਕ ਹੈ ਜੀ। ਤਾਂ ਪ੍ਰਿੰਸੀਪਲ ਆਫ ਸਫੇਲੋ ਕੋਡਲ मतलब ਪਹਿਲਾਂ ਬੱਚੇ ਦਾ ਕੀ ਹੁੰਦਾ ਜੀ, ਜਿਹੜਾ ਹੈਡ ਆ ਉਹ ਡਿਵੈਲਪ ਹੁੰਦਾ ਹੈ, ਹੌਲੀ ਹੌਲੀ ਹੈਡ ਤੋਂ ਬਾਅਦ ਕਿੱਧਰ ਕੀ ਡਿਵੈਲਪ ਹੁੰਦਾ ਜੀ, ਪੈਰ ਡਿਵੈਲਪ ਹੁੰਦੇ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਨੈਕਸਟ ਦੀ ਗੱਲ ਕਰ ਲਈਏ ਤਾਂ 11 ਦਾ ਕਿਆ ਆ ਗਿਆ ਜੀ, ਪ੍ਰਿੰਸੀਪਲ ਆਫ ਪ੍ਰੋਕਸੀਮੋਡਿਸਟਲ ਸੈਂਟਰ ਟੂ ਸਾਈਡ मतलब ਇਹਨੂੰ ਕੇਂਦਰਮੁਖੀ ਵੀ ਕਹਿ ਦਿੰਦੇ ਹੈ। ਪ੍ਰਿੰਸੀਪਲ ਆਫ ਪ੍ਰੋਕਸੀਮੋਡਿਸਟਲ ਨੂੰ ਹੀ ਆਪਾਂ ਕੀ ਕਹਿੰਦੇ ਹਾਂ ਜੀ, ਕੇਂਦਰਮੁਖੀ, ਠੀਕ ਹੈ ਜੀ। ਅਤੇ ਇਸ ਨੂੰ ਕੀ ਹੈ, ਰੀੜ੍ਹ ਦੀ ਹੱਡੀ ਦਾ ਸਿਧਾਂਤ। ਇੱਕ ਤਾਂ ਕੀ ਕਹਿੰਦੇ ਆ ਜੀ ਇਹਨੂੰ, ਕੇਂਦਰਮੁਖੀ ਕਹਿ ਦਿੰਦੇ ਆ, ਕੇਂਦਰਮੁਖੀ, ਠੀਕ ਹੈ ਜੀ। ਅਤੇ ਇਸੇ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਇਸੇ ਨੂੰ ਆਪਾਂ ਕਹਿ ਦਿੰਦੇ ਹਾਂ ਰੀੜ੍ਹ ਦੀ ਹੱਡੀ ਦਾ ਸਿਧਾਂਤ। ਆਹ ਕੁਐਸਚਨ ਆਇਆ ਹੋਇਆ ਹੈ, ਰੀੜ੍ਹ ਦੀ ਹੱਡੀ ਦਾ ਸਿਧਾਂਤ, ਹੱਡੀ ਦਾ ਸਿਧਾਂਤ, ਠੀਕ ਹੈ ਜੀ। ਰੀੜ੍ਹ ਦੀ ਹੱਡੀ ਦਾ ਸਿਧਾਂਤ, ਠੀਕ ਹੈ। ਆਹ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ ਦੋਸਤੋ, ਠੀਕ ਹੈ। ਦੋਨੇ ਦੇ ਦੋਨੇ ਮੋਸਟ ਇੰਪੋਰਟੈਂਟ ਨੇ, ਪ੍ਰਿੰਸੀਪਲ ਆਫ ਸਫੇਲੋਕੋਡਲ, ਪ੍ਰਿੰਸੀਪਲ ਆਫ ਸਫੇਲੋਕੋਡਲ ਅਤੇ ਪ੍ਰਿੰਸੀਪਲ ਆਫ ਪ੍ਰੋਕਸੀਮੋਡਿਸਟਲ ਮੋਸਟ ਇੰਪੋਰਟੈਂਟ ਹੈ, ਦੋਨਾਂ ਨੂੰ ਜ਼ਰੂਰ ਯਾਦ ਰੱਖਣਾ ਹੈ। ਉਸ ਤੋਂ ਬਾਅਦ ਵਾਲਾ ਵੀ ਇੰਪੋਰਟੈਂਟ ਹੈ, ਪ੍ਰਿੰਸੀਪਲ ਆਫ ਸਪਾਇਰਲ ਡਿਵੈਲਪਮੈਂਟ। ਪ੍ਰਿੰਸੀਪਲ ਆਫ ਸਪਾਇਰਲ ਡਿਵੈਲਪਮੈਂਟ ਦਾ ਮਤਲਬ ਕੀ ਆ ਗਿਆ ਵੀ ਜਿਹੜਾ ਵਾਧਾ ਹੈ ਬੱਚੇ ਦਾ, ਜਿਹੜਾ ਵਿਕਾਸ ਹੈ ਉਹ ਕੀ ਹੈ ਜੀ, ਕੁੰਡਲਦਾਰ ਹੈ, ਇਸ ਤਰ੍ਹਾਂ ਹੈ, ਲਾਈਕ ਸਪਰਿੰਗ, ਜਿਵੇਂ ਆਪਾਂ ਸਪਰਿੰਗ ਦੇਖਦੇ ਹਾਂ ਨਾ, ਸਪਰਿੰਗ ਵਾਂਗੂ ਹੈ। ਮਤਲਬ ਜਿਹੜਾ ਵਾਧਾ ਅਤੇ ਵਿਕਾਸ ਹੈ ਉਹ ਕੀ ਹੈ, ਇੱਕ ਦੂਜੇ ਨਾਲ ਜੁੜੇ ਹੋਏ ਹੈ। ਮਤਲਬ ਇਹਦੇ ਵਿੱਚ ਕੀ ਹੈ ਨਾ, ਆਪਾਂ ਕਹਿ ਦਈਏ ਵੀ ਇੱਥੋਂ ਬ੍ਰੇਕ ਕਰਦੀ ਹੈ ਤਾਂ ਬ੍ਰੇਕ ਕਰ ਦਾਂਗਾ, ਅਗਲਾ ਸਪਰਿੰਗ ਕੀ ਹੈ ਜੀ, ਬ੍ਰੇਕ ਹੋ ਜਾਏਗਾ। ਮਤਲਬ ਕੀ ਹੈ, ਕੁੜੀਆਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਪ੍ਰਿੰਸੀਪਲ ਆਫ ਕੀ ਆ ਗਿਆ ਜੀ, ਸਪਾਇਰਲ ਡਿਵੈਲਪਮੈਂਟ। ਮਤਲਬ ਜਿਹੜਾ ਡਿਵੈਲਪਮੈਂਟ ਦੀਆਂ ਜਿੰਨੀਆਂ ਵੀ ਆਪਾਂ ਸਟੇਜਸ ਦੀ ਗੱਲ ਕੀਤੀਆਂ ਨੇ ਉਹ ਕੀ ਹੈ, ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ। ਜਿਵੇਂ ਸਟੇਜਸ ਦੇ ਵਿੱਚ ਮੈਂ ਤੁਹਾਡੇ ਕੋਲ 4 ਸਟੇਜਸ ਦੀ ਗੱਲ ਕੀਤੀ ਸੀਗੀ। 4 ਸਟੇਜਸ ਦੇ ਵਿੱਚ ਕੀ ਕੀ ਕੀਤਾ ਸੀਗਾ ਆਪਾਂ, ਜਾਂ ਟਾਈਪਸ ਦੀ ਆਪਾਂ ਜੇ ਗੱਲ ਕੀਤੀ ਸੀਗੀ ਤਾਂ ਫਿਜ਼ੀਕਲ ਕੀਤਾ ਸੀਗਾ, ਦੈਨ ਪਹਿਲਾ ਨੰਬਰ ਕੀ ਕੀਤਾ ਸੀਗਾ, ਫਿਜ਼ੀਕਲ ਮਤਲਬ ਸਰੀਰਕ ਵਿਕਾਸ। ਦੂਜਾ ਕੀ ਕੀਤਾ ਸੀਗਾ, ਕੋਗਨੇਟਿਵ ਸੰਗਿਆਤਮਕ। ਅਤੇ ਤੀਜਾ ਕੀ ਕੀਤਾ ਸੀਗਾ, ਸੋਸ਼ਲ ਮਤਲਬ ਸਮਾਜਿਕ। ਅਤੇ ਚੌਥਾ ਕੀ ਕੀਤਾ ਸੀਗਾ ਜੀ, ਇਮੋਸ਼ਨਲ ਡਿਵੈਲਪਮੈਂਟ ਮਤਲਬ ਸਾਂਵੇਗਿਕ ਵਿਕਾਸ। ਅਤੇ ਆਹ ਚਾਰੇ ਦੇ ਚਾਰੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ। ਆਪਾਂ ਕਹਿ ਦਈਏ ਵੀ ਬੱਚੇ ਦਾ ਸਰੀਰਕ ਵਿਕਾਸ ਹੋਵੇ ਨਾ ਅਤੇ ਕੋਗਨੇਟਿਵ ਹੋ ਜਾਏਗਾ ਤਾਂ ਪੋਸੀਬਲ ਨਹੀਂ ਹੈਗਾ। ਜੇ ਆਪਾਂ ਕਹਿ ਦਈਏ ਬੱਚੇ ਦਾ ਕੋਗਨੇਟਿਵ ਡਿਵੈਲਪਮੈਂਟ ਹੋਈ ਨਹੀਂ ਅਤੇ ਸਮਾਜਿਕ ਹੋ ਜਾਏਗਾ, ਕਦੇ ਵੀ ਨਹੀਂ ਹੋ ਸਕਦਾ, ਠੀਕ ਹੈ ਜੀ। ਵੀ ਆ ਇੱਕ ਦੂਜੇ ਦੇ ਨਾਲ ਕੀ ਹੈ ਜੀ, ਜੁੜੇ ਹੋਏ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਗਿਆ ਦੋਸਤੋ, ਪ੍ਰਿੰਸੀਪਲ ਆਫ ਸਪਾਇਰਲ ਡਿਵੈਲਪਮੈਂਟ ਤੋਂ ਬਾਅਦ ਪ੍ਰਿੰਸੀਪਲ ਆਫ ਹੈਰੀਡਿਟੀ ਟੂ ਹੈਟਰੋਨੋਮੀ ਟੂ ਐਟੋਨੋਮੀ। ਹੈਟਰੋਨੋਮੀ ਤੋਂ ਐਟੋਨੋਮੀ ਮਤਲਬ ਬੱਚੇ ਨੂੰ ਇੱਕ ਵਾਰ ਹੈਲਪ ਦੀ ਲੋੜ ਪੈਂਦੀ ਹੈ। ਜਿਵੇਂ ਛੋਟੇ ਬੱਚਾ ਹੈ, ਜਿਵੇਂ ਸਾਈਕਲ ਚਲਾਉਣੀ ਵੀ ਕਿਉਂ ਨਾ ਸਿੱਖਦਾ ਬੱਚਾ, ਤਾਂ ਉਹਨੂੰ ਇੱਕ ਕਿਸਮ ਦੀ ਲੋੜ ਪੈਂਦੀ ਹੈ ਜੀ, ਹੈਲਪ ਦੀ ਲੋੜ ਪੈਂਦੀ ਹੈ। ਹੈਟਰੋਨੋਮੀ ਮਤਲਬ ਜਿਹੜਾ ਬੱਚਾ ਸੌਰੀ ਦੋਸਤੋ, ਬੱਚੇ ਨੂੰ ਕੀ ਹੈ ਜੀ, ਇੱਕ ਕਿਸਮ ਦੀ ਕਿਸੇ ਦੀ ਮਦਦ ਦੀ ਇੱਕ ਕਿਸਮ ਦੀ ਕੀ ਹੈ, ਕਿਸੇ ਦੀ ਮਦਦ ਲਈ ਲੋੜ ਹੁੰਦੀ ਹੈ। ਅਤੇ ਮਦਦ ਤੋਂ ਬਾਅਦ ਵੀ ਬੱਚਾ ਕੀ ਹੈ, ਆਪਣੇ ਆਪ ਐਟੋਨੋਮੀ ਆਪਣੇ ਆਪ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਪ੍ਰਿੰਸੀਪਲ ਆਫ ਹੈਟਰੋਨੋਮੀ ਟੂ ਕੀ ਆ ਗਿਆ ਜੀ, ਐਟੋਨੋਮੀ। ਤਾਂ ਜਿਵੇਂ ਛੋਟੇ ਹੁੰਦਿਆਂ ਦੇ ਬੱਚਿਆਂ ਨੂੰ ਆਪਾਂ ਕੀ ਹੈ ਜੀ, ਤੁਰਨਾ ਸਿਖਾਉਂਦੇ ਹਾਂ। ਤਾਂ ਹੌਲੀ ਹੌਲੀ ਆਪਾਂ ਜਦੋਂ ਬੱਚਾ ਤੁਰਨਾ ਸਿੱਖ ਜਾਂਦਾ ਹੈ ਤਾਂ ਬੱਚਾ ਆਪਣੇ ਆਪ ਤੁਰਦਾ ਫਿਰ, ਠੀਕ ਹੈ ਜੀ। ਉਸ ਤੋਂ ਬਾਅਦ ਉਹਨੂੰ ਹੈਲਪ ਦੀ ਲੋੜ ਨਹੀਂ ਪੈਂਦੀ। ਅੱਗੇ ਵੀ ਆਪਾਂ ਪੜ੍ਹਾਂਗੇ ਇਹਦੇ ਵਿੱਚ, ਡੀਪ ਦੇ ਵਿੱਚ ਪੜ੍ਹਾਂਗੇ ਇਸ ਨੂੰ, ਠੀਕ ਹੈ ਜੀ, ਹੈਟਰੋਨੋਮੀ ਟੂ ਐਟੋਨੋਮੀ ਨੂੰ। ਉਸ ਤੋਂ ਬਾਅਦ ਕੀ ਆ ਗਿਆ ਜੀ, ਪ੍ਰਿੰਸੀਪਲ ਆਫ ਮੈਚੂਰੇਸ਼ਨ ਐਂਡ ਲਰਨਿੰਗ। ਪ੍ਰਿੰਸੀਪਲ ਆਫ ਮੈਚੂਰੇਸ਼ਨ ਐਂਡ ਲਰਨਿੰਗ ਦਾ ਮਤਲਬ ਕੀ ਆ ਗਿਆ ਜੀ, ਆਪਾਂ ਜੀ ਮੈਚੂਰੇਸ਼ਨ ਮਤਲਬ ਮੈਚਿਓਰ ਹੋਣਾ, ਕਹਿੰਦੇ ਜੀ ਆਪਾਂ ਮੈਚਿਓਰ ਹੋਣਾ, ਵੀ ਬੱਚਾ ਮੈਚਿਓਰ ਨਹੀਂ ਹੋਇਆ, ਜੇ ਸਿਆਣਾ ਨਹੀਂ ਹੋਇਆ, ਠੀਕ ਹੈ। ਤਾਂ ਪ੍ਰਿੰਸੀਪਲ ਆਫ ਮੈਚੂਰੇਸ਼ਨ ਐਂਡ ਲਰਨਿੰਗ ਮਤਲਬ ਜਿਵੇਂ ਜਿਵੇਂ ਬੱਚੇ ਦਾ ਮੈਚਿਓਰ ਹੋਏਗਾ, ਜਿਵੇਂ ਜਿਵੇਂ ਬੱਚਾ ਵਧੇਗਾ, ਏਜ ਵਧੇਗੀ, ਉਵੇਂ ਉਵੇਂ ਕੀ ਹੈ, ਲਰਨਿੰਗ ਦੀ ਜਿਹੜੀ ਕਪੈਸਿਟੀ ਹੈ ਉਹਦੀ ਜ਼ਿਆਦਾ ਹੋ ਜਾਂਦੀ ਹੈ। ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਜਾਂ ਪੜ੍ਹਦੇ ਕੀ ਹੁੰਦੇ ਆਪਾਂ ਦੇਖਦੇ ਹਾਂ ਵੀ ਛੋਟਾ ਬੱਚਾ ਜਿਹੜਾ ਹੈਗਾ ਉਹਦੀ ਲਰਨ ਕਰਨ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਉਹ ਘੱਟ ਹੁੰਦੀ ਹੈ, ਜਿਵੇਂ ਜਿਵੇਂ ਬੱਚਾ ਵੱਧਦਾ ਰਹਿੰਦਾ ਹੈ, ਠੀਕ ਹੈ। ਇਸੇ ਹਿਸਾਬ ਨਾਲ ਤਾਂ ਆਪਣਾ ਜਿਹੜਾ ਕਿਊਰੀਕੁਲਮ ਹੈ ਉਹ ਬਣਾਇਆ ਹੁੰਦਾ ਨਾ, ਪਾਠ ਪੁਸਤਕ ਜਿਹੜੀ ਬਣਾਈ ਹੁੰਦੀ ਹੈ। ਹੁਣ ਛੋਟੇ ਬੱਚੇ ਨੂੰ ਆਪਾਂ ਕਹਿ ਦਈਏ ਵੀ ਟ੍ਰਿਗਨੋਮੈਟਰੀ ਸਿਖਾ ਦਈਏ, ਫਸਟ ਕਲਾਸ ਦਾ ਬੱਚਾ ਹੈ ਅਤੇ ਉਹਨੂੰ ਆਪਾਂ ਟ੍ਰਿਗਨੋਮੈਟਰੀ ਦੇ ਕੁਐਸਚਨ ਸ਼ੁਰੂ ਕਰ ਦਈਏ, ਤਿਕੋਣਮਿਤੀ ਵਾਲੇ ਕੁਐਸਚਨ, ਸਾਈਨ ਕੋਸ ਥੀਟਾ, ਤਾਂ ਬੱਚੇ ਨੂੰ ਕੀ ਪਤਾ ਹੈ, ਕਿਉਂਕਿ ਅਜੇ ਬੱਚਾ ਮੈਚਿਓਰ ਨਹੀਂ ਹੋਇਆ ਹੈ, ਠੀਕ ਹੈ ਜੀ। ਤਾਂ ਪ੍ਰਿੰਸੀਪਲ ਆਫ ਮੈਚੂਰੇਸ਼ਨ ਕੀ ਆ ਗਿਆ ਜੀ, ਜਿਵੇਂ ਜਿਵੇਂ ਬੱਚਾ ਮੈਚਿਓਰ ਹੋਏਗਾ, ਜਿਵੇਂ ਜਿਵੇਂ ਉਮਰ ਵੱਧਦੀ ਹੈ, ਜਿਵੇਂ ਜਿਵੇਂ ਕੀ ਹੈ ਜੀ, ਉਮਰ ਵੱਧਦੀ ਹੈ ਤਾਂ ਬੱਚਾ ਜ਼ਿਆਦਾ ਸਿੱਖਦੇ ਹਨ ਅਤੇ ਉਹਨਾਂ ਦਾ ਵਾਧਾ ਅਤੇ ਵਿਕਾਸ ਵੀ ਵੱਧਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਗਿਆ ਜੀ, ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨਸ। ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨਸ ਇੰਪੋਰਟੈਂਟ ਹੈ ਜੀ, ਆ ਵੀ H ਐਂਡ E, H ਗੁਣਾ E। H ਕੀ ਹੈ ਜੀ, H ਹੈਗਾ ਜੀ ਹੈਰੀਡਿਟੀ, H ਕੀ ਹੈਗਾ ਦੋਸਤੋ, ਹੈਰੀਡਿਟੀ। E ਕੀ ਹੈਗਾ ਜੀ, ਇਨਵਾਇਰਮੈਂਟ। E ਕੀ ਹੈਗਾ ਜੀ, ਇਨਵਾਇਰਮੈਂਟ, ਹੈਰੀਡਿਟੀ ਐਂਡ ਇਨਵਾਇਰਮੈਂਟ, ਠੀਕ ਹੈ ਜੀ। ਅੱਗੇ
ਇਹਨੂੰ ਆ ਦੇਖੋ ਇੱਥੇ ਲਿਖਿਆ ਹੋਇਆ ਹੈਰੀਡਿਟੀ ਐਂਡ ਇਨਵਾਇਰਨਮੈਂਟ, H&E, ਫੈਕਟਰ ਅਫੈਕਟਿੰਗ ਹੈਰੀਡਿਟੀ ਐਂਡ ਇਨਵਾਇਰਨਮੈਂਟ। ਤਾਂ ਹੈਰੀਡਿਟੀ ਦਾ ਮਤਲਬ ਕੀ ਆ ਗਿਆ ਜੀ? ਵੰਸ਼ਵਾਦ। ਹੈਰੀਡਿਟੀ ਦਾ ਮਤਲਬ ਕੀ ਆ ਗਿਆ? ਵੰਸ਼ਵਾਦ। ਠੀਕ ਹੈ ਜੀ। ਵੰਸ਼ਵਾਦ ਮਤਲਬ ਜਿਹਨੂੰ ਆਪਾਂ ਜੈਨੇਟਿਕ ਕਹਿ ਦਿੰਦੇ ਹਾਂ ਜੀ, ਠੀਕ ਹੈ, ਜੀਵਵਾਦ, ਵੰਸ਼ਵਾਦ। ਤਾਂ ਵੇਖੋ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਦੋ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ। ਬੱਚੇ ਦੀ ਜਿਹੜਾ ਵਿਕਾਸ ਹੁੰਦਾ ਉਹ ਦੋ ਚੀਜ਼ਾਂ 'ਤੇ ਡਿਪੈਂਡ ਕਰਦਾ। ਕਿਸ 'ਤੇ ਕਰਦਾ ਜੀ? H&E 'ਤੇ ਕਰਦਾ ਹੈ, ਹੈਰੀਡਿਟੀ ਐਂਡ ਇਨਵਾਇਰਨਮੈਂਟ 'ਤੇ। ਹੁਣ ਦੇਖੋ ਕੋਈ ਬੱਚਾ ਹੈ, ਉਹਦੀ ਹਾਈਟ ਕੀ ਰਹਿ ਗਈ ਜੀ? ਛੋਟੀ ਰਹਿ ਗਈ। ਉਹਦਾ ਛੋਟੇ ਰਹਿਣ ਦਾ ਕਾਰਨ ਦੋ ਹੋ ਸਕਦੇ ਨੇ। ਇੱਕ ਤਾਂ ਕੀ ਹੈ, ਉਹਦੇ ਮਾਂ ਪਿਓ ਵੀ ਕੀ ਨੇ? ਛੋਟੇ। ਠੀਕ ਹੈ ਜੀ, ਤਾਂ ਉਹ ਕਾਰਨ ਹੋ ਸਕਦਾ ਹੈ। ਦੂਜਾ ਇਨਵਾਇਰਨਮੈਂਟ ਦਾ, ਦੂਜਾ ਕੀ ਫਰਕ ਰਹਿ ਸਕਦਾ ਜੀ? ਇਨਵਾਇਰਨਮੈਂਟ ਦਾ, ਵਾਤਾਵਰਨ ਦਾ ਵੀ ਫਰਕ ਹੋ ਸਕਦਾ ਹੈ। ਵਾਤਾਵਰਨ ਦਾ ਫਰਕ ਕਿਵੇਂ ਹੈ? ਜਿਵੇਂ ਇੰਗਲੈਂਡ ਦੇ ਤੁਸੀਂ ਕ੍ਰਿਕਟ ਦੀ ਜਿਹੜੀ ਟੀਮ ਆਪਾਂ ਦੇਖ ਲਈਏ, ਠੀਕ ਹੈ, ਜਾਂ ਵੈਸਟ ਇੰਡੀਜ਼ ਦੇ ਤੁਸੀਂ ਪਲੇਅਰ ਦੇਖ ਲਓ, ਉਹਨਾਂ ਦੀ ਜਿਹੜੀ ਹਾਈਟ ਹੈ ਦੇਖੋ 6 ਫੁੱਟ ਤੋਂ 6.5 ਫੁੱਟ ਤੋਂ ਉੱਪਰ ਹੁੰਦੀ ਹੈ। ਠੀਕ ਹੈ, ਐਵੇਂ ਹਿਮਾਚਲ ਸਾਈਡ ਦੇ ਜਿਹੜੇ ਆਪਣੇ ਦੇਖ ਲਓ, ਉਹਨਾਂ ਦੀ ਜਿਹੜੀ ਹਾਈਟ ਹੁੰਦੀ ਹੈ ਆਪਣੀ ਕੰਪੈਰੀਜ਼ਨ ਅੱਛੀ ਹੁੰਦੀ ਹੈ। ਜਿਵੇਂ ਅਸਾਮ ਵਾਲੇ ਆ, ਅਸਾਮ ਵਾਲੇ ਦੀ ਜਿਹੜੀ ਹਾਈਟ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ। ਤਾਂ ਉਹ ਕੀ ਹੈ ਜੀ? ਇਨਵਾਇਰਨਮੈਂਟ ਦਾ ਫਰਕ ਹੈ। ਜੇ ਕਲਰ ਦੀ ਆਪਾਂ ਗੱਲ ਕਰ ਲਈਏ, ਕਲਰ ਦੀ ਗੱਲ ਕਰ ਲਈਏ ਨਾ, ਠੀਕ ਹੈ, ਤਾਂ ਹਿਮਾਚਲ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਗੋਰੇ ਚਿੱਟੇ ਹੁੰਦੇ ਨੇ, ਕਿਉਂਕਿ ਉੱਥੇ ਇਨਵਾਇਰਨਮੈਂਟ ਕੀ ਹੈ ਜੀ? ਬਿਲਕੁਲ ਠੰਡਾ ਹੈ। ਠੰਡੇ ਇਨਵਾਇਰਨਮੈਂਟ ਦੇ ਰਹਿਣ ਕਰਕੇ ਉਹਨਾਂ ਦਾ ਰੰਗ ਵੀ ਕੀ ਹੁੰਦਾ? ਸਾਫ਼ ਹੁੰਦਾ ਹੈ। ਜਾਂ ਇੱਕ ਯੂਰੋਪੀਅਨ ਕੰਟਰੀਜ਼ ਲੈ ਲਈਏ ਆਪਾਂ, ਯੂਰੋਪ ਦਾ ਦੇਸ਼ ਲੈ ਲਈਏ ਉੱਪਰਲੇ ਪਾਸੇ, ਜਿਵੇਂ ਆਪਾਂ ਜਰਮਨੀ ਲੈ ਲਓ, ਫਰਾਂਸ ਲੈ ਲਓ, ਅਮਰੀਕਾ ਲੈ ਲਓ, ਨਾਰਥ ਅਮਰੀਕਾ ਸਾਈਡ, ਤਾਂ ਉਸ ਪਾਸੇ ਕੀ ਟੈਂਪਰੇਚਰ ਘੱਟ ਰਹਿੰਦਾ। ਟੈਂਪਰੇਚਰ ਘੱਟ ਰਹਿਣ ਕਰਕੇ ਉੱਥੋਂ ਦੇ ਜਿਹੜੇ ਬੱਚੇ ਹੁੰਦੇ ਨੇ ਗੋਰੇ ਹੁੰਦੇ ਨੇ। ਅਤੇ ਆਪਾਂ ਜੇ ਅਫਰੀਕਾ ਕੰਟੀਨੈਂਟ ਦੀ ਗੱਲ ਕਰ ਲਈਏ, ਅਫਰੀਕਨ ਕੰਟੀਨੈਂਟ ਦੀ, ਉੱਥੋਂ ਹੀ ਟੈਂਪਰੇਚਰ ਕੀ ਹੈ? ਬਹੁਤ ਜ਼ਿਆਦਾ ਰਹਿੰਦਾ। ਤਾਂ ਉੱਥੋਂ ਦੇ ਜਿਹੜੇ ਮੋਸਟਲੀ ਜਿਹੜੇ ਲੋਕ ਹੁੰਦੇ ਉਹਨਾਂ ਦਾ ਰੰਗ ਕੀ ਹੁੰਦਾ ਜੀ? ਕਾਲਾ ਹੁੰਦਾ ਹੈ। ਤਾਂ ਆਹ ਫਰਕ ਕਿਹਦੇ ਕਰਕੇ ਹੈ? ਆਹ ਫਰਕ ਹੈਗਾ ਜੀ ਇਨਵਾਇਰਨਮੈਂਟ ਕਰਕੇ। ਕਿਹਦੇ ਕਰਕੇ ਹੈਗਾ ਜੀ? ਇਨਵਾਇਰਨਮੈਂਟ ਕਰਕੇ। ਤਾਂ ਮਤਲਬ ਜਿਹੜੀ ਡਿਵੈਲਪਮੈਂਟ ਹੈਗੀ ਆ ਉਹ ਦੋ ਫੈਕਟਰ 'ਤੇ ਡਿਪੈਂਡ ਕਰਦੀ ਹੈ, ਹੈਰੀਡਿਟੀ 'ਤੇ, ਵੰਸ਼ਵਾਦ 'ਤੇ, ਅਤੇ ਇਨਵਾਇਰਨਮੈਂਟ 'ਤੇ। ਠੀਕ ਹੈ ਜੀ। ਤਾਂ ਇੰਪੋਰਟੈਂਟ ਹੈ ਦੋਸਤੋ। ਇਸ ਤੋਂ ਬਾਅਦ ਆਪਾਂ ਐਜੂਕੇਸ਼ਨ ਇੰਪਲੀਕੇਸ਼ਨ ਦੀ ਗੱਲ ਕਰਾਂਗੇ, ਅਤੇ ਬਾਕੀ ਜਿਹੜੇ ਇੱਕ ਟੌਪਿਕ ਹੈ, ਇੱਕ ਲੈਕਚਰ ਹੋਰ ਲੱਗੇਗਾ, ਆਪਾਂ ਇਹਦੇ ਅਲੱਗ-ਅਲੱਗ ਮੈਥਡਸ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਆਪਾਂ ਟਾਈਪਸ ਆਫ ਚਿਲਡਰਨ ਦੀ ਗੱਲ ਕਰਾਂਗੇ। ਠੀਕ ਹੈ ਜੀ। ਤਾਂ ਅੱਜ ਦੇ ਲਈ ਇੰਨਾ ਕਾਫੀ ਹੈ ਦੋਸਤੋ। ਥੈਂਕ ਯੂ, ਧੰਨਵਾਦ।